मिलिए फैसलाबाद के राना मोहम्मद फरहान से, जिनकी 9th क्लास में 7 सैपलियाँ आईं। वालिद साहब रिज़ल्ट सुनने गए तो घर आकर फरहान की खूब खातिरतवाज़ी की। रिज़ल्ट वाले दिन ही फरहान की कमेटी निकल आई और इसने 2 भैंसें खरीद कर अपना कारोबार शुरू कर लिया। अब ये इन भैंसों का दूध बेचकर 1 लाख रुपये महाना कमा रहा है। फरहान की दिलचस्प कहानी जानिए इस वीडियो में। बिस्मिल्लाहिर्रहमानिर्रहीम। अस्सलाम वालेकुम नाज़रीन, तुसी वेख रहे हो फैसलाबाद पॉइंट ते मैं हां राना एहसान अली। ते अज मेरे नाल लामा इकबाल दा एक ऐसा शहीन मौजूद है जिन्हें 9वीं क्लास दे विचों 7 सैपलियां लईयां ने। पढ़ाई लिखाई में ध्यान लगाओ। फिर तकदीर नूं कुछ होर ही मंजूर सी। इरफान साहब दे अब्बे ने इन्हां नूं 2 मੱਝਾਂ लै दित्तियां और नाल ही इन्हां दी कमेटी निकल आई जदों ये फेल होए। ते हुण ये मੱਝਾਂ दे नाल अपना बिजनेस कर रहे ने ते महीना 1 लाख रुपया कमा रहे ने। मैं क्या करूं, फिर जॉब छोड़ दूं? इन्हां नूं पुछने आ कि सारा माजरा किवें होया, 7 सैपलियां किवें लईयां, ਉਹ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਯਾਰ ਬੇਲੀ ਸੀ ਉਹ ਫਿਰ ਕਿੱਧਰ ਉੱਡ ਫੁੱਟ ਗਏ, ਸਾਰਾ ਮਾਜਰਾ ਇਹਨਾਂ ਕੋ ਜਾਣਨੇ। अस्सलाम वालेकुम। वालेकुम सलाम। ਕੀ ਹਾਲ ਹੈ? ਠੀਕ ਠਾਕ ਭਾਜੀ ਤੁਸੀਂ ਸੁਣਾਓ। ਕੀ ਨਾਂ ਜੇ ਆਪਣਾ? ਫਰਹਾਨ। ਫਰਹਾਨ ਸਾਹਿਬ ਕਿਹੜੀ ਕਲਾਸ ਚ ਪੜ੍ਹਦੇ ਸੀ? ਮੈਂ 9ਵੀਂ ਚ ਪੜ੍ਹਦਾ। 9ਵੀਂ ਚ? ਹਾਂਜੀ। ਤੇ 9ਵੀਂ ਕਲਾਸ ਚ ਕਿੰਨੀਆਂ ਸੈਪਲਿੰਗਾਂ ਆਈਆਂ? ਸਹੀ ਸਹੀ ਦੱਸਣਾ। 9ਵੀਂ ਚ 7 ਸੈਪਲੀਆਂ ਆਈਆਂ ਜੀ। ਪਾਸ ਕਿਹਦੇ ਚ ਹੋਇਆ? ਇੰਗਲਿਸ਼ ਚ ਤੇ ਉਰਦੂ ਚ। ਇੰਗਲਿਸ਼ ਵੈਸੇ ਤੇਰੇ ਵਾਸਤੇ ਈਜ਼ੀ ਸੀ? ਈਜ਼ੀ ਲੱਗਦੀ ਸੀ? ਨਹੀਂ ਜੀ, ਔਖੀ ਲੱਗਦੀ ਸੀ। ਅੱਛਾ, ਤੇ ਉਹਦੇ ਚ ਕਿਵੇਂ ਪਾਸ ਹੋ ਗਿਆ? ਬਸ ਜੀ ਉੱਥੇ ਨਕਲ ਲੱਗ ਗਈ ਜੀ। ਅੱਛਾ ਹਾਂਜੀ। ਤੇ ਸਾਰਿਆਂ ਤੋਂ ਘੱਟ ਨੰਬਰ ਕਿਹਦੇ ਚ ਆਏ ਨੇ? ਬਾਇਓ ਚ ਜੀ, ਜਿਹੜਾ ਸਭ ਤੋਂ ਸੌਖੀ ਲੱਗਦੀ। ਜਿਹੜੀ ਸਭ ਤੋਂ ਸੌਖੀ ਲੱਗਦੀ ਸੀ ਉਹਦੇ ਚ ਸਭ ਤੋਂ ਘੱਟ ਨੰਬਰ ਆਏ। ਕਿੰਨੇ ਨੰਬਰ ਆਏ ਬਾਇਓ ਚ? 4-5 ਨੰਬਰ ਆਏ ਜੀ। 4-5 ਨੰਬਰ ਆਏ ਜਨਾਬ ਬਾਇਓ ਚੋਂ। ਔਰ ਇਹਨਾਂ ਦਾ ਇਹ ਕਹਿਣਾ ਕਿ ਬਾਇਓ ਐਸੀ ਇੱਕ ਕਿਤਾਬ ਸੀ ਜਿਹੜੀ ਇਹਨਾਂ ਨੂੰ ਬਹੁਤ ਈਜ਼ੀ ਲੱਗਦੀ ਸੀ। ਇਹਨਾਂ ਦਾ ਇਹ ਕਹਿਣਾ ਸੀ ਕਿ ਮੈਂ ਇਹਦੇ ਚੋਂ ਫੇਲ ਨਹੀਂ ਹੋ ਸਕਦਾ। ਔਰ ਇੰਗਲਿਸ਼ ਜਿਹੜੀ ਉਹ ਸਭ ਤੋਂ ਜ਼ਿਆਦਾ ਟਫ ਸੀ, ਲੇਕਿਨ ਇੰਗਲਿਸ਼ ਚੋਂ ਇਹ ਟਾਪ ਕਰ ਗਏ। ਕਿੰਨੇ ਨੰਬਰ ਆਏ ਇੰਗਲਿਸ਼ ਚੋਂ? ਇੰਗਲਿਸ਼ ਚ ਆ ਗਏ 45 ਨੰਬਰ ਆ ਗਏ। ਅੱਛਾ ਯਾਰ, 7 ਕਿਤਾਬਾਂ ਚੋਂ ਫੇਲ ਹੋ ਕੇ ਤੇ ਕੀ ਰਿਐਕਸ਼ਨ ਸੀ ਘਰ ਵਾਲਿਆਂ ਦਾ? ਘਰ ਵਾਲਿਆਂ ਦਾ ਕੀ ਰਿਐਕਸ਼ਨ ਸੀ ਜੀ? ਰਿਜ਼ਲਟ ਸੁਣਨ ਕੌਣ ਗਿਆ ਸੀ? ਅੱਬਾ ਮੇਰਾ ਗਿਆ ਸੀ ਜੀ। ਰਿਜ਼ਲਟ ਸੁਣਨ ਵੀ ਇਹਦਾ ਅੱਬਾ ਗਿਆ ਸੀ, ਆਪ ਨਹੀਂ ਗਿਆ ਰਿਜ਼ਲਟ ਸੁਣਨ। ਅੱਛਾ, ਮੈਨੂੰ ਤਾਂ ਪਤਾ ਹੀ ਮੈਂ ਫੇਲ। ਓਹ ਨੋ ਯਾਰ, ਕਹਿੰਦਾ ਮੈਨੂੰ ਪਤਾ ਸੀ ਮੈਂ ਫੇਲ ਆ, ਮੇਰਾ ਅੱਬਾ ਰਿਜ਼ਲਟ ਸੁਣਨ ਗਿਆ। ਫਿਰ ਅੱਬੇ ਨੇ ਆ ਕੀ ਕਿਹਾ? ਅੱਬਾ ਆਂਦੇ ਇੱਕ ਮੋਬਾਈਲ ਲਿਆਇਆ ਜੀ। ਅੱਛਾ। ਆ ਕੇ ਕਹਿੰਦਾ ਪੁੱਤ ਤੇਰੀਆਂ ਕਿੰਨੀਆਂ ਸੈਪਲੀਆਂ ਆਈਆਂ? ਮੈਂ ਕਿਹਾ ਅੱਬਾ ਰਿਜ਼ਲਟ ਸੁਣਨ ਤੂੰ ਗਿਆ ਸੀ ਜਾਂ ਮੈਂ? ਕਹਿੰਦਾ ਅੱਬਾ ਰਿਜ਼ਲਟ ਸੁਣਨ ਤੂੰ ਗਿਆ ਸੀ ਕਿ ਮੈਂ ਸੁਣਨ ਗਿਆ? ਅੱਛਾ, ਮੋਬਾਈਲ ਦਾ ਪਹਿਲੇ ਵਾਅਦਾ ਕੀਤਾ ਹੋਇਆ ਸੀ ਅੱਬੇ ਨੇ ਕਿ ਮੋਬਾਈਲ ਲੈ ਕੇ ਦੇਵਾਂਗੇ? ਆਹੋ ਜੀ। ਅੱਛਾ, ਤੇ ਫਿਰ ਉਸ ਤੋਂ ਬਾਅਦ ਫਿਰ ਕੋਈ ਮੁਸਲਮਾਨ ਕੀਤਾ ਉਹਨੇ ਤੈਨੂੰ ਆ ਕੇ? ਮੁਸਲਮਾਨ ਕਰਨ ਦਾ ਹੱਕ ਬਣਦਾ ਸੀ ਜੀ। ਅੱਛਾ। ਆਹੋ। ਕਿਵੇਂ ਮਾਰਿਆ ਮੁਰਿਆ ਉਹਨਾਂ ਨੇ? ਆਹੋ ਜੀ, 7-8 ਛਿੱਤਰ ਵੱਜੇ ਆ। ਅੱਛਾ, ਫਿਰ ਉਸ ਤੋਂ ਬਾਅਦ ਕੀ ਫਿਰ ਅੱਬੇ ਨੇ ਕਿਹਾ ਕਿ ਹੁਣ ਤੂੰ ਕੀ ਕੰਮ ਕਰਨਾ? ਅੱਬੇ ਨੇ ਕੀ ਕਿਹਾ ਜੀ, ਮੈਂ ਅੱਬੇ ਉੱਧਰੋਂ ਮੇਰੀ ਕਮੇਟੀ ਨਿਕਲ ਆਈ 3 ਲੱਖ ਰੁਪਇਆ। ਅੱਛਾ। ਤੇ ਬਾਕੀ ਅੱਬੇ ਕੋ ਧਾੜੇ ਫੜੇ ਜੀ, ਕਮੇਟੀ ਪਾਲੀ। ਉਹਦਾ ਨਾਮ ਆ ਮੱਝਾਂ ਲਿਆਂਦੀਆਂ 2। ਉਹ 7-7 ਕਿਲੋ ਦੁੱਧ ਦਿੰਦੀਆਂ ਵਾ। ਤੇ ਹਿਸਾਬ ਸੂਬ ਬਣਾ ਕੇ ਵੇਖ ਲਓ ਜੀ। 2 ਮੱਝਾਂ 7 ਕਿਲੋ ਯਾਨੀ ਕਿ 28 ਕਿਲੋ ਦੁੱਧ ਹੋ ਜਾਂਦਾ। ਤੇ 28 ਕਿਲੋ ਜਨਾਬ 150 ਰੁਪਏ ਦਾ ਕਿਲੋ ਆ ਦੁੱਧ, ਤੇ ਤਕਰੀਬਨ 4200 ਰੁਪਈਆ ਬਣ ਜਾਂਦਾ ਹੈ ਨਾ? ਆਹੋ ਜੀ। ਹਾਂ, ਤੇ ਮਹੀਨੇ ਦਾ ਫਿਰ ਉਹਨੂੰ 30 ਨਾਲ ਜ਼ਰਬ ਦਿਓ ਤੇ 1,26,000 ਰੁਪਈਆ ਬਣ ਜਾਂਦਾ। 26,000 ਰੁਪਈਆ ਖਰਚਾ ਕੱਢ ਲਓ, ਪੂਰਾ 1 ਲੱਖ ਰੁਪਈਆ ਬਚਦਾ। 1 ਲੱਖ ਰੁਪਈਆ ਬਚ ਜਾਂਦਾ ਤੁਹਾਨੂੰ? ਅੱਛਾ, 2 ਮੱਝਾਂ ਤੋਂ? ਆਹੋ। ਯਾਨੀ ਕਿ ਹਜੇ ਪਹਿਲੀ ਇਨਕਮ ਤੇ ਨਹੀਂ ਆਈ ਜ਼ਾਹਰ ਆ ਤੁਹਾਡੀਆਂ। ਹੁਣ ਰੀਸੈਂਟਲੀ ਤੇ ਸੈਪਲੀਆਂ ਆਈਆਂ ਨੇ ਤੇ ਹੁਣ ਹੀ ਤੇ ਤੁਸੀਂ ਮੱਝਾਂ ਲਈਆਂ। ਮੈਂ ਹਿਸਾਬ ਬਣਾਇਆ ਤੇ 1,26,000। ਹਿਸਾਬ ਕਰ ਲਿਆ ਇਹਨੇ, 1,26,000 ਰੁਪਈਆ ਬਣਦਾ ਵਾ ਮਹੀਨੇ ਦਾ। 1 ਲੱਖ ਰੁਪਈਆ ਨੂੰ ਬਚ ਜਾਣਾ ਤੇ ਬਾਕੀ ਜਿਹੜਾ ਵਾ ਉਹ 26,000 ਰੁਪਈਆ ਅਖਰਾਜਾਤ ਆ ਜਾਣੇ ਨੇ। ਤੁਹਾਡਾ ਨੈਕਸਟ ਪਲਾਨ ਕੀ ਅੱਗੇ, ਕੀ ਕਰਨ ਦਾ ਇਰਾਦਾ? ਹਾਲੇ ਤਾਂ ਜੀ ਪੱਠੇ ਪੁੱਠੇ ਹੀ ਪਾਈ ਜਾਂਦੇ ਆ। ਉਹ ਸਾਹਮਣੇ ਰੇੜੀ ਵੀ ਆਈ ਪਈ ਆ। ਅੱਛਾ, ਲਾ ਲੋਕ ਪਾਣੇ ਹੋਰ, ਇਸ ਤੋਂ ਇਲਾਵਾ ਅਸੀਂ ਕੀ ਕਰਨਾ ਜੀ? ਪਛਤਾਵਾ ਨਹੀਂ ਹੋ ਰਿਹਾ ਯਾਰ 7 ਸੈਪਲੀਆਂ ਆ ਗਈਆਂ? ਸਗੋਂ ਫਾਇਦੇ ਚ ਰਿਹਾ, ਵਿਹਲਾ ਬੈਠਾ ਲੱਖ ਰੁਪਈਆ ਆ ਰਿਹਾ ਜੀ। पता हरामी हो बेटा। ਅੱਛਾ, ਹਾਂਜੀ। ਯਾਨੀ ਕਿ ਫਾਇਦੇ 'ਚ ਰਹਿ ਗਿਆ। ਸੈਪਲੀਆਂ ਆਉਣ ਦੇ ਨਾਲ ਕਹਿੰਦਾ ਜੀ ਮੇਰਾ ਫਾਇਦਾ ਹੋ ਗਿਆ, ਨੁਕਸਾਨ ਨਹੀਂ ਹੋਇਆ ਮੇਰਾ। ਤੇ ਜਿਹੜੇ ਤੇਰੇ ਯਾਰ ਦੋਸਤ ਸੀ ਉਹ ਕਿੱਧਰ ਗਏ ਫਿਰ? ਉਹ ਸਾਰੇ ਧੋਖਾ ਦੇ ਗਏ ਜੀ। ਕੋਈ ਵੱਡੇ ਸਕੂਲੇ ਲੱਗ ਗਿਆ ਸਰਕਾਰੀ, ਕੋਈ ਅੱਲਾ ਦਾ ਬੰਦਾ ਨਨਕਾਣੇ ਜਾ ਰਿਹਾ ਪਾਕ ਰੀਜਨ 'ਚ, ਕੋਈ ਕਿਤੇ ਕੋਈ ਕਿਤੇ। ਤੇ ਤੈਨੂੰ ਹੁਣ ਉਹਨਾਂ ਨਾਲ ਵੇਖ ਕੇ ਕੋਈ ਇਬਰਤ ਨਹੀਂ ਹਾਸਲ ਹੁੰਦੀ? ਅਫਸੋਸ ਨਹੀਂ ਹੁੰਦਾ? ਮੈਂ ਤੇ ਉਹਨਾਂ ਨੂੰ ਕਹਿੰਦਾ ਜੀ 2 ਮੱਝਾਂ ਰੱਖ ਲਓ, ਫਰੀ ਦਾ ਲੱਖ ਰੁਪਈਆ ਆ ਰਿਹਾ। ਹੁਣ ਜਿਹੜੇ ਤੇਰੇ ਨਾਲ ਦੇ ਯਾਰ ਬੇਲੀ ਨਹੀਂ ਆ, ਤੇਰੇ ਜਿਹੜੇ ਪਿੰਡ ਵਾਲੇ ਨੇ, ਦੋਸਤ ਨੇ, ਕੀ ਕਹਿਣਾ ਚਾਹੁੰਦਾ ਉਹਨਾਂ ਨੂੰ? ਪੜ੍ਹਨ ਕਿ ਨਾ ਪੜ੍ਹਨ? ਉਹਨਾਂ ਨੂੰ ਤਾਂ ਮੈਂ ਉਦੋਂ ਵੀ ਸਮਝਾਇਆ 2 ਮੱਝਾਂ ਲਓ, ਚਲੋ 2 ਦੀਆਂ 3 ਲੈ ਲਓ, ਪੈਸੇ ਤਾਂ ਕਮਾਓਗੇ ਹੀ। ਅੱਛਾ, ਸੁਬਾਹ ਟਾਈਮ ਉੱਠੋ, ਵਰਦੀ ਪਾਓ, ਸਕੂਲੇ ਜਾਓ, ਛੋਟੀਆਂ ਖਾਓ, ਕੀ ਫਾਇਦਾ ਉਹਨਾਂ ਦਾ? ਛੋਟੀਆਂ ਖਾਓ। ਲਓ ਜੀ, ਫਰਹਾਨ ਸਾਹਿਬ ਸੀ ਇਹ
7 ਸੈਪਲਿੰਗਾਂ ਲਈਆਂ ਇਹਨਾਂ ਨੇ, 2 ਚੋਂ ਪਾਸ ਹੋਏ। ਉਮੀਦ ਨਹੀਂ ਸੀ ਹੈ ਕਿ ਇੰਗਲਿਸ਼ 'ਚੋਂ ਪਾਸ ਹੋ ਜਾਣਗੇ, ਲੇਕਿਨ ਮੌਜਜ਼ਾਤੀ ਤੌਰ 'ਤੇ ਇਹਨਾਂ ਦੇ 45 ਨੰਬਰ ਆਏ ਇੰਗਲਿਸ਼ 'ਚੋਂ। ਬਾਇਓ ਦੇ ਵਿੱਚੋਂ ਇਹਨਾਂ ਦੇ 4 ਨੰਬਰ ਆਏ, ਜਿਹਦੇ 'ਚ ਇਹਨਾਂ ਨੂੰ ਉਮੀਦ ਸੀ ਕਿ ਇਹਨਾਂ ਨੇ ਪਾਸ ਹੋ ਜਾਣਾ। ਇਹ ਇਹਨਾਂ ਦੀ ਸਾਰੀ ਹਿਸਟਰੀ ਸੀ। ਹੁਣ ਇਹਨਾਂ ਨੇ 2 ਮੱਝਾਂ ਲਈਆਂ ਨੇ ਔਰ ਇਹਨਾਂ ਨੇ ਕੈਲਕੂਲੇਸ਼ਨ ਕੀਤੀ ਹੈ ਕਿ 1,20,000 ਰੁਪਈਆ ਇਹਨਾਂ ਨੂੰ ਮਹੀਨੇ ਦੀ ਆਮਦਨ ਆ ਅਗਰ ਇਹ ਦੁੱਧ ਫਰੋਖਤ ਕਰਦੇ ਨੇ। ਉਹ 26,000 ਰੁਪਈਆ ਜਿਹੜਾ ਨਾ ਉਹ ਇਹਨਾਂ ਦੀ ਲਾਗਤ ਆਏਗੀ।